बोलो भगवान बाबा श्री चंद महाराज जी दी जय। ਅੱਜ ਅਸੀਂ ਸੰਗਤਾਂ ਨੂੰ ਬਾਬਾ ਸ਼੍ਰੀ ਚੰਦ ਜੀ ਨਾਲ ਸੰਬੰਧਿਤ ਇੱਕ ਹੋਰ ਸਾਖੀ ਦੱਸਣ ਜਾ ਰਹੇ ਹਾਂ। ਇਸ ਸਾਖੀ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਬਾਬਾ ਸ਼੍ਰੀ ਚੰਦ ਜੀ ਨੇ ਕਿਵੇਂ ਸੰਗਤਾਂ ਨੂੰ ਮੂਰਤੀ ਦਾ ਮਹੱਤਵ, ਗ੍ਰੰਥਾਂ ਦਾ ਮਹੱਤਵ ਅਤੇ ਲਿਖੇ ਹੋਏ ਅਕਸ਼ਰਾਂ ਦਾ ਮਹੱਤਵ ਬਾਰੇ ਦੱਸਿਆ। ਉਹਨਾਂ ਨੇ ਦੱਸਿਆ ਕਿ ਕਿਵੇਂ ਕਿਸੇ ਅਕਸਰ ਦੇ ਦੁਆਰਾ ਅਸੀਂ ਪਰਮ ਸ਼ਕਤੀ ਪਰਮਾਤਮਾ ਨੂੰ ਪ੍ਰਾਪਤ ਕਰਕੇ ਅਮਰ ਹੋ ਸਕਦੇ ਹਾਂ। ਭਗਵਾਨ ਬਾਬਾ ਸ਼੍ਰੀ ਚੰਦ ਜੀ ਨੂੰ ਕਿਸੇ ਨੇ ਪ੍ਰਸ਼ਨ ਕੀਤਾ ਕਿ ਭਗਵਾਨ ਜੀ, ਕੀ ਮੂਰਤੀ ਦੇ ਵਿੱਚ ਹੀ ਭਗਵਾਨ ਵੱਸਦੇ ਹਨ? ਮੂਰਤੀ ਦੇ ਟੁੱਟ ਜਾਣ ਦੇ ਕਰਕੇ ਕੀ ਭਗਵਾਨ ਨਸ਼ਟ ਹੋ ਜਾਂਦੇ ਹਨ? ਭਗਵਾਨ ਬਾਬਾ ਸ਼੍ਰੀ ਚੰਦ ਜੀ ਨੇ ਸ਼ੰਕੇ ਦੂਰ ਕਰਦੇ ਹੋਏ ਉੱਤਰ ਦਿੱਤਾ ਕਿ ਜਿਵੇਂ ਦਰਖਤ ਵੱਡਾ ਹੋਣ ਲਈ ਜੜ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਪਰਮਾਤਮਾ ਨੂੰ ਪਾਉਣ ਲਈ ਵੀ ਇੱਕ ਜੜ ਦੀ ਜ਼ਰੂਰਤ ਹੁੰਦੀ ਹੈ। ਮੂਰਤੀ ਇੱਕ ਜੜ ਹੈ ਜਿਸ ਦੇ ਸਹਾਰੇ ਤੁਸੀਂ ਪਰਮ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹੋ। ਵੇਦਾਂ ਗ੍ਰੰਥਾਂ ਵਿੱਚ ਜੋ ਅਕਸ਼ਰ ਲਿਖੇ ਹੋਏ ਹੁੰਦੇ ਹਨ ਉਹ ਵੀ ਤਾਂ ਮੂਰਤੀਆਂ ਹੀ ਹਨ। ਹਰ ਇੱਕ ਅਕਸ਼ਰ ਕਿਸੇ ਵੱਲ ਇਸ਼ਾਰਾ ਕਰਦਾ ਹੈ। ਜੋ ਅਕਸ਼ਰ ਅਸੀਂ ਪੜ੍ਹਦੇ ਹਾਂ ਉਸ ਦੀ ਛਾਪ ਸਾਡੇ ਦਿਮਾਗ ਵਿੱਚ ਛਪ ਜਾਂਦੀ ਹੈ। ਹਰ ਇੱਕ ਅੱਖਰ ਦਾ ਮਤਲਬ ਹੁੰਦਾ ਹੈ, ਉਹ ਮਤਲਬ ਸਾਡੇ ਬਣਾਏ ਹੋਏ ਹਨ। ਗ੍ਰੰਥ ਵੀ ਤਾਂ ਮਨੁੱਖ ਨੇ ਲਿਖੇ ਹੋਏ ਹਨ। ਪਰਮਾਤਮਾ ਦੀ ਉਸਤਤ ਵਿੱਚ ਗ੍ਰੰਥ ਲਿਖੇ ਹੋਏ ਹਨ। ਜੇਕਰ ਗ੍ਰੰਥ ਪਾਣੀ ਵਿੱਚ ਰੁੜ ਜਾਵੇ, ਉਸਦੇ ਪੰਨੇ ਜੇਕਰ ਗਲ ਜਾਵੇ ਤਾਂ ਪਰਮਾਤਮਾ ਦੀ ਉਸਤਤ ਵਿੱਚ ਕਮੀ ਨਹੀਂ ਹੁੰਦੀ। ਉਸੇ ਤਰ੍ਹਾਂ ਉਹ ਅਕਸ਼ਰ ਨਵੇਂ ਗ੍ਰੰਥ ਵਿੱਚ ਲਿਖ ਕੇ ਉਸਦੀ ਉਸਤਤ ਗਾਈ ਜਾ ਸਕਦੀ ਹੈ। ਉਸੇ ਤਰ੍ਹਾਂ ਮੂਰਤੀ ਦੇ ਟੁੱਟ ਜਾਣ ਕਰਕੇ ਮੂਰਤੀ ਦਾ ਦੇਵਤਾ ਨਸ਼ਟ ਨਹੀਂ ਹੁੰਦੇ। ਦੇਵਤੇ ਦੇ ਰਾਹੀਂ ਹੀ ਪਰਮਾਤਮਾ ਤੱਕ ਪਹੁੰਚਣ ਦਾ ਇੱਕ ਰਸਤਾ ਹੈ। ਜਿਵੇਂ ਅਕਸ਼ਰ ਬਰਬਾਦ ਹੋਣ ਕਰਕੇ ਉਹਨਾਂ ਦਾ ਮਤਲਬ ਨਸ਼ਟ ਨਹੀਂ ਹੁੰਦਾ। ਜੀਵ ਪਰਮਾਤਮਾ ਦੁਆਰਾ ਭੇਜਿਆ ਹੋਇਆ ਪ੍ਰਾਣੀ ਹੈ, ਉਸ ਦੀ ਆਤਮਾ ਅਮਰ ਹੈ। ਆਤਮਾ ਨੇ ਵੀ ਤਾਂ ਸਰੀਰ ਧਾਰਨ ਕੀਤਾ ਹੋਇਆ ਹੈ। ਸਰੀਰ ਦੇ ਨਸ਼ਟ ਹੋ ਜਾਣ, ਲੱਤ ਬਾਂਹ ਟੁੱਟ ਜਾਣ ਕਰਕੇ ਵੀ ਆਤਮਾ ਨੂੰ ਕੋਈ ਫਰਕ ਨਹੀਂ ਪੈਂਦਾ। ਆਤਮਾ ਸੰਪੂਰਨ ਹੁੰਦੀ ਹੈ। ਅਕਸ਼ਰ ਮੂਰਤੀਆਂ ਮਨੁੱਖ ਦੁਆਰਾ ਬਣਾਏ ਹੋਏ ਹਨ। ਅਕਸ਼ਰਾਂ ਦੁਆਰਾ ਮਨੁੱਖ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ। ਉਸੇ ਤਰ੍ਹਾਂ ਮੂਰਤੀ ਨੂੰ ਹੀ ਪੂਜ ਕੇ ਮਨੁੱਖ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ, ਕਿਉਂਕਿ ਮਨੁੱਖ ਉਸ ਮੂਰਤੀ ਵਿੱਚ ਭਗਵਾਨ ਨੂੰ ਮੰਨਦਾ ਹੈ। ਹਰ ਗ੍ਰੰਥ ਵਿੱਚ ਸ਼ਬਦ ਲਿਖੇ ਹੋਏ ਹਨ, ਉਹਨਾਂ ਨੂੰ ਪੜ੍ਹ ਕੇ ਮਨੁੱਖ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ। ਮੂਰਤੀ ਦੇ ਨਸ਼ਟ ਹੋਣ ਕਰਕੇ ਵੀ ਦੇਵਤਾ ਨਸ਼ਟ ਨਹੀਂ ਹੁੰਦੇ। ਪਰ ਜੇਕਰ ਕੋਈ ਜਾਣ ਬੁੱਝ ਕੇ ਕਿਸੇ ਧਾਰਮਿਕ ਗ੍ਰੰਥ ਮੂਰਤੀ ਦਾ ਨਿਰਾਦਰ ਕਰੇ ਤਾਂ ਉਹ ਪਾਪ ਦਾ ਭਾਗੀਦਾਰੀ ਹੁੰਦਾ ਹੈ। ਪਰ ਜੇਕਰ ਮਨੁੱਖ ਮੂਰਤੀ ਦਾ ਨਿਰਾਦਰ ਵੀ ਕਰਦਾ ਹੈ ਪਰ ਦੇਵਤਾ ਉਸ ਨੂੰ ਕੁਛ ਨਹੀਂ ਕਹਿੰਦੇ, ਕਿਉਂਕਿ ਉਹ ਮਨੁੱਖੀ ਸੁਭਾਅ ਤੋਂ ਕੋਹਾਂ ਉੱਚੇ ਹੁੰਦੇ ਹਨ। ਦੇਵਤਾਵਾਂ ਤੇ ਪਰਮਾਤਮਾ ਦਾ ਸੁਭਾਅ ਮਨੁੱਖਾਂ ਤੋਂ ਉੱਚਾ ਹੁੰਦਾ ਹੈ। ਉਹਨਾਂ ਵਿੱਚ ਸਹਿਣ ਸ਼ਕਤੀ ਹੁੰਦੀ ਹੈ। ਜੇਕਰ ਕੋਈ ਨਾਸਤਿਕ ਮਨੁੱਖ
परमात्मा नूं नहीं मानदा। परमात्मा नूं जेकर बुरा भला भी कहता है पर परमात्मा उस नूं कुछ नहीं कहते। यही तां मनुख ਅਤੇ परमात्मा विच फर्क हुंदा है। जो है ही परमात्मा ਉਹ ਮਨੁੱਖਾਂ ਤੋਂ ਕਰੋੜਾਂ ਅਰਬਾਂ गुणा उपर हुंदा है। जिवें ग्रंथां विच एक साखी आउंदी है, धन्ना भगत ने तां पत्थर नूं पूज के भी रब नूं प्राप्त कर लिया सी। मनुख मूर्ति नूं पूज के परमात्मा नूं प्राप्त कर सकदा है। ग्रंथां विच जो कुछ लिखिया होया है वह मनुख द्वारा ही लिखिया होया है। मनुख आपो अपने धर्म नूं मन के ग्रंथां नूं मनदे हन। ग्रंथां विच जो अक्षर लिखे होए हन ਉਹ भी तां एक मूर्तियां दे समान ही हन, क्योंकि हर एक अक्षर किसे ना किसे चीज नूं दर्शाउंदा है। ग्रंथ विच लिखी हुई साही दे नष्ट होण जाण करके उन्हां दे मतलब नष्ट नहीं हुंदे। उसे तरह परमात्मा नूं प्राप्त करन लई यह अक्षर एक प्रतिबिंब हुंदे हन। मंदिर धार्मिक स्थान सब मूर्तियां हन जिस दे नजदीक लंघ जाण करके साडे दिमाग विच एक छाप आउंदी है कि यह भगवान दा स्थान है। भगवान दे स्थान नूं समझ के साडा दिमाग भगवान नूं याद करदा है। जो मनुख मूर्ति नूं पूजदे हन ਉਹ देवता उस ते प्रसन्न ਹੁੰਦੇ ਹਨ। ਜੇਕਰ ਕੋਈ ਮਨੁੱਖ ਕਿਸੇ ਮੂਰਤੀ ਦਾ ਨਿਰਾਦਰ ਕਰਦਾ ਹੈ ਉਹ ਦੇਵਤਾ ਉਸ ਤੋਂ ਸ੍ਰੇਸ਼ਟ ਹੁੰਦੇ ਹਨ। ਪਰ ਜਾਣ ਬੁੱਝ ਕੇ ਕਿਸੇ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਮਨੁੱਖ ਨੂੰ ਗਿਆਨ ਦੀ ਪ੍ਰਾਪਤੀ ਕਰਕੇ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸੇ ਲਈ ਇਹ ਅਕਸ਼ਰ ਮੂਰਤੀ ਭਗਵਾਨ ਨੂੰ ਪ੍ਰਾਪਤ ਕਰਨ ਲਈ ਇੱਕ ਜੜ ਰੂਪ ਹੈ। ਜੜ ਦੇ ਸਹਾਰੇ ਹੀ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ ਅਤੇ ਮਨੁੱਖੀ ਜਾਮੇ ਤੋਂ ਮੁਕਤ ਹੋ ਸਕਦੇ ਹਾਂ। ਬੋਲੋ ਭਗਵਾਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਜੈ।